ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 59 ਸ਼ਬਦ ਰਾਗ ਬਿਲਾਵਲ ਦੇ ਪਿੱਛੇ ਸੰਪੰਨ ਹੋਏ ਨੇ। 816 ਅੰਗ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਬਾਣੀ ਦੀ ਕਥਾ ਪਹੁੰਚੀ ਹੈ। ਸਰਵਣ ਕਰੀਏ। ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਜਿਨ ਤੂੰ ਬੰਦ ਕਰ ਛੁੱਡਿਆ ਫੁਨ ਸੁਖ ਮਹਿ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ ਰਾਗ ਬਿਲਾਵਲ ਵਿੱਚ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦੇ, ਐ ਮਨੁੱਖ, ਐ ਜੀਵ, ਜਿਸ ਪਰਮੇਸ਼ਰ ਨੇ ਤੈਨੂੰ ਮਾਤਾ ਦੇ ਉਦਰ ਵਿੱਚ ਬੰਨ ਕੇ ਰੱਖਿਆ, 9 ਮਹੀਨਿਆਂ ਤੱਕ ਉਸ ਉਦਰ ਵਿੱਚ ਤੇਰੀ ਪਰਵਰਿਸ਼ ਹੋਈ, ਤੇ ਕਿਵੇਂ ਬੰਨ ਕੇ ਰੱਖਿਆ ਕਿ ਉੱਥੇ ਤੇਰੀ ਆਪਣੀ ਸਵੈ ਇੱਛਾ ਨਾਲ ਕੁਝ ਵੀ ਨਹੀਂ ਹੋ ਰਿਹਾ। ਐਸਾ ਬੰਨਿਆ ਹੋਇਆ ਉਹ ਹੋ ਰਿਹਾ ਜੋ ਕੁਦਰਤ ਦੇ ਰੰਗ ਦੇ ਵਿੱਚ ਪਰਮੇਸ਼ਰ ਵੱਲੋਂ ਕਰਾਇਆ ਜਾ ਰਿਹਾ ਹੈ। ਤੋ ਜਿਸ ਨੇ ਤੈਨੂੰ ਬੰਨ ਛੱਡਿਆ ਸੀ ਉੱਥੇ, ਤੇ ਫਿਰ ਜਨਮ ਦਿੱਤਾ, ਫੁੱਨ ਫਿਰ ਜਨਮ ਦਿੱਤਾ ਔਰ ਤੈਨੂੰ ਸੁੱਖਾਂ ਵਿੱਚ ਪਾ ਦਿੱਤਾ। ਸੁਖ ਮਹਿ ਪਾਇਆ, ਤੈਨੂੰ ਸੁੱਖਾਂ ਦੇ ਵਿੱਚ ਪ੍ਰਵਿਰਤ ਕਰ ਦਿੱਤਾ, ਸੁੱਖਾਂ 'ਚ ਪਾ ਦਿੱਤਾ। ਜਿਸ ਨੇ ਤੈਨੂੰ ਬੰਨ ਛੱਡਿਆ ਸੀ ਪਹਿਲਾਂ ਮਾਤਾ ਦੇ ਉਦਰ ਵਿੱਚ, ਤੇਰੇ ਤੇ ਤਰਸ ਕੀਤਾ, ਉਸ ਬੰਧਨ ਤੋਂ ਬਾਹਰ ਕੱਢ ਕੇ ਤੈਨੂੰ ਸੁੱਖਾਂ ਦੇ ਵਿੱਚ ਪ੍ਰਵੇਸ਼ ਕਰਾ ਦਿੱਤਾ। ਫਿਰ ਸਾਰੇ ਜੀਵਨ ਦੇ ਅੱਗੇ ਅਨੇਕ ਪ੍ਰਕਾਰ ਦੇ ਸੁੱਖ, ਮਨੁੱਖੀ ਕਾਇਆ ਦਾ ਸੁੱਖ, ਉਹ ਸੁੱਖ ਤੈਨੂੰ ਵਾਹਿਗੁਰੂ ਨੇ ਦੇ ਦਿੱਤੇ। ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋ ਤਾਇਆ। ਜਿਹੜਾ ਐਸਾ ਰੱਬ ਹੈ, ਹੇ ਭਾਈ, ਸਦਾ ਲਈ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰ, ਸਦਾ ਲਈ ਉਹਦਾ ਸਿਮਰਨ ਕਰ। ਤੇ ਜਦੋਂ ਉਹਦਾ ਤੂੰ ਸਿਮਰਨ ਕਰੇਗਾ ਨਾ, ਤਾਂ ਉਹਦੇ ਸਿਮਰਨ ਨਾਲ ਤੇਰੇ ਅੰਦਰ ਦੀ ਜਿਤਨੀ ਤਪਸ਼ ਹੈ ਉਹ ਬੁਝ ਜਾਏਗੀ ਔਰ ਤੂੰ ਸ਼ੀਤਲ ਹੋ ਜਾਏਗਾ। ਸ਼ੀਤਲ ਹੋ ਤਾਇਆ, ਤੂੰ ਸ਼ੀਤਲ ਹੋ ਜਾਏਗਾ, ਤੇਰਾ ਹਿਰਦਾ ਸ਼ੀਤਲ ਠੰਡਾ ਠਾਰ ਹੋ ਜਾਏਗਾ ਜੇ ਤੂੰ ਉਸ ਵਾਹਿਗੁਰੂ ਦੇ ਚਰਨ ਕਮਲਾਂ ਨੂੰ ਸਿਮਰੇ, ਸਦਾ ਲਈ ਸਿਮਰੇ, ਸਦਾ ਲਈ ਅਰਾਧੇ, ਸਦਾ ਲਈ ਉਹਦਾ ਚਿੰਤਨ ਕਰੇ। ਕਹਿੰਦੇ ਜੇ ਤੂੰ ਉਸ ਦਾ ਸਦਾ ਲਈ ਚਿੰਤਨ ਕਰੇ, ਸਦਾ ਲਈ ਸਿਮਰਨ ਕਰੇ, ਸਦਾ ਲਈ ਉਸ ਦੀ ਅਰਾਧਨਾ ਕਰੇ, ਤਾਂ ਤੇਰਾ ਹਿਰਦਾ, ਤੇਰਾ ਅੰਤਸ਼ਕਰਨ ਸदैवी ਕਾਲ ਲਈ ਸ਼ੀਤਲ ਹੋ ਜਾਵੇਗਾ। ਜੀਵਤਿਆ ਅਥਵਾ ਮੁਆ ਕਿਛ ਕਾਮ ਨ ਆਵੇ। ਕਹਿੰਦੇ ਸੱਜਣਾ, ਇਹ ਜਿਹੜੀ ਮਾਇਆ ਹੈ ਨਾ ਸੰਸਾਰ ਦੀ, ਇਹ ਨਾ ਤਾਂ ਤੇਰੇ ਜੀਵਦਿਆਂ ਤੇਰੇ ਕੰਮ ਆਉਣੀ ਹੈ, ਤੇ ਨਾ ਮਰਨ ਤੋਂ ਬਾਅਦ। ਤੁਸੀਂ ਆਖੋਗੇ ਜੀਵਦਿਆਂ ਤਾਂ ਸੰਸਾਰ ਦੀ ਮਾਇਆ ਕੰਮ ਆਉਂਦੀ ਹੈ। ਇਹ ਸੰਸਾਰ ਵਿੱਚ ਐਸੇ ਤੁਸੀਂ ਬਹੁਤ ਪ੍ਰਾਣੀ ਵੇਖੇ ਹੋਣਗੇ ਜਿਨ੍ਹਾਂ ਕੋਲ ਮਾਇਆ ਤਾਂ ਬਹੁਤ ਹੈ, ਪਰ ਉਹ ਕੰਮ ਉਹਨਾਂ ਦੇ ਨਹੀਂ ਆਉਂਦੀ। ਆ ਪਿੱਛੇ ਜੀ ਮਹਾਮਾਰੀ ਵਿੱਚ ਲੋਕ ਕਰੋੜਾਂ ਰੁਪਏ ਚੁੱਕੇ ਫਿਰਦੇ ਸੀ ਵੀ ਸਾਨੂੰ ਸਵਸਥ ਕਰ ਦਿਓ, ਕਿ ਪੈਸਾ ਬਚਾ ਸਕਿਆ ਸੀ। ਹਾਂ, ਇਹ ਗੁਜਰਾਨ ਲਈ ਤਾਂ ਹੈ, ਇਹਦੇ ਬਿਨਾਂ ਗੁਜਰਾਨ ਨਹੀਂ ਹੈ। ਮਾਇਆ ਗੁਜਰਾਨ ਹੈ,
ਪਰ ਜੇ ਕੋਈ ਕਹੇ ਵੀ ਇਹਦੇ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ, ਜੀਵਨ ਹੀ ਨਹੀਂ ਚੱਲ ਸਕਦਾ, ਤਾਂ ਇਹ ਮਨੁੱਖ ਦਾ ਭੁਲੇਖਾ ਹੈ, ਭਰਮ ਹੈ। ਜਦੋਂ ਅੰਦਰਲੇ ਮਨ ਨੇ ਅਸ਼ਾਂਤ ਹੋਣਾ ਨਾ, ਫਿਰ ਇਹਦੇ ਨਾਲ ਤੇਰਾ ਮਨ ਸ਼ਾਂਤ ਨਹੀਂ ਹੋਣਾ। ਜਦੋਂ ਮਨ ਪਰੇਸ਼ਾਨੀ ਨਾਲ ਕਿਰਜਦਾ ਹੋਵੇਗਾ ਨਾ, ਤੇ ਸਾਹਮਣੇ ਤੋਂ ਭਾਵੇਂ ਸਾਰੀ ਮਾਇਆ ਦੁਨੀਆ ਦੀ ਇਕੱਤਰ ਕਰਕੇ ਰੱਖ ਲਵੇਂ, ਤੇਰੇ ਮਨ ਨੂੰ ਤਪਦੇ ਬਲਦੇ ਨੂੰ ਸ਼ਾਂਤੀ ਨਹੀਂ ਮਿਲਣੀ। ਅੰਦਰ ਦੀ ਸ਼ਾਂਤੀ ਤੇ ਸਕੂਨ ਤਾਂ ਸਿਮਰਨ ਦੀ ਸਾਧਨਾ ਦੁਆਰਾ ਪ੍ਰਾਪਤ ਹੋਣੀ ਹੈ। ਉਸ ਸੰਦਰਭ 'ਚ ਕਹਿ ਰਹੇ ਨੇ ਸਤਿਗੁਰੂ ਜੀ ਵੀ ਹਿਰਦਾ ਸ਼ਾਂਤ ਕਰਨ ਲਈ ਤੇਰੇ ਜੀਵਦਿਆਂ ਵੀ ਇਹਨੇ ਕੰਮ ਨਹੀਂ ਆਉਣਾ, ਤੇ ਮਰ ਗਿਆ ਤੋਂ ਬਾਅਦ ਤਾਂ ਫਿਰ ਕੰਮ ਹੀ ਕੀ ਆਉਣਾ ਇਸ ਨੇ। ਜੀਵਤਿਆਂ ਅਥਵਾ ਮੁਆਂ ਕਿਛ ਕਾਮ ਨਾ ਆਵੇ, ਇਹ ਕਿਸੇ ਕੰਮ ਨਹੀਂ ਆਉਣਾ। ਜਿਨ ਇਹੋ ਰਚਨ ਰਚਾਇਆ, ਕਉ ਤਿਸ ਸਿਉ ਰੰਗ ਲਾਵੇ। ਜਿਸ ਵਾਹਿਗੁਰੂ ਨੇ, ਜਿਸ ਵਿਧਾਤੇ ਨੇ ਇਹ ਸਾਰੇ ਸੰਸਾਰ ਦੀ ਰਚਨਾ ਨੂੰ ਰਚਿਆ, ਜਿਸ ਵਿਧਾਤੇ ਨੇ ਇਸ ਪੂਰੀ ਸ੍ਰਿਸ਼ਟੀ ਦੀ ਰਚਨਾ ਨੂੰ ਰਚਿਆ, ਪੂਰੇ ਸੰਸਾਰ ਨੂੰ ਰਚਿਆ, ਹੇ ਮੇਰਿਆ ਮਨਾ, ਸਮਾਂ ਹੈ ਤੂੰ ਉਹਦੇ ਨਾਲ ਰੰਗ ਲਾ ਲੈ, ਉਹਦੇ ਨਾਲ ਪ੍ਰੇਮ ਪਾ ਲੈ। ਇਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਰ ਹੈ ਸ਼ਬਦ ਦਾ, ਕਿ ਜਿਸ ਨੇ ਇਹ ਸਾਰੀ ਰਚਨਾ ਰਚੀ ਹੈ, ਇਸ ਰਚਨਾ ਨੂੰ ਰਚਣ ਵਾਲੇ ਰਚਣਹਾਰ ਨਾਲ ਤੂੰ ਆਪਣਾ ਰੰਗ ਲਾ ਲੈ, ਆਪਣਾ ਪ੍ਰੇਮ ਲਾ ਲੈ। ਹਾਂਜੀ। ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ, ਕਾਮ ਤੇ ਕਾਢੈ। ਇਹ ਪ੍ਰਾਣੀ, ਉਸਨ ਕਹਿੰਦੇ ਆ ਗਰਮੀ ਨੂੰ, ਸੀਤ ਕਹਿੰਦੇ ਸ਼ੀਤਲ ਨੂੰ। ਆ ਜਿਹੜੀ ਜਦੋਂ ਕੋਈ ਦੁਖੀ ਹੋਵੇ ਤੇ ਆਪਾਂ ਕਹਿੰਦੇ ਤਪਦਾ ਹੈ, ਜਦੋਂ ਕੋਈ ਸੁਖੀ ਹੋਵੇ ਤੇ ਆਪਾਂ ਕਹਿੰਦੇ ਸ਼ੀਤਲ ਹੈ। ਯਾਨੀ ਕਿ ਤਸਬੀਹ ਦੇ ਦਿੰਦੇ ਆ ਵੀ ਸੁੱਖ ਠੰਡੇ ਹੁੰਦੇ ਆ, ਦੁੱਖ ਤਪਾਉਂਦੇ ਆ। ਸਾਹਿਬ ਕਹਿੰਦੇ ਦੁੱਖਾਂ ਵਿੱਚੋਂ ਕੱਢ ਕੇ ਸੀਤ ਕਰਨਾ, ਸੁਖ ਦੇਣਾ, ਇਹ ਕਰਤੇ ਦੇ ਹੱਥ ਵਿੱਚ ਹੈ। ਦੁੱਖ ਚੋਂ ਕੱਢ ਕੇ ਸੁਖ ਦੇਣਾ, ਇਹ ਕਰਤਾ ਪੁਰਖ ਦੇ ਹੱਥ ਵਿੱਚ ਹੈ। ਜਦੋਂ ਉਸਨ ਤੋਂ ਸੀਤ ਕਰਦਾ ਹੈ, ਕਾਮ ਤੇ ਕੱਢ ਹੈ। ਕਾਮ ਕਹਿੰਦੇ ਗਰਮੀ ਨੂੰ, ਤਪਸ਼ ਨੂੰ, ਫਿਰ ਬਲਦੀ ਸੜਦੀ ਤਪਸ਼ ਦੇ ਵਿੱਚੋਂ, ਨਰਕਾਂ ਦੀ ਅੱਗ ਦੇ ਵਿੱਚੋਂ ਬਾਹਰ ਕੱਢ ਲੈਂਦਾ। ਕਾਮ ਤੇ ਕੱਢ ਹੈ, ਫਿਰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸਰਣਾਈ, ਫਿਰ ਉਹ ਤੱਤੀ ਵਾਹ ਉਹਨੂੰ ਨਹੀਂ ਲੱਗਦੀ। ਉਹ ਤੱਤੀ ਵਾਹ ਤੋਂ ਬਚ ਜਾਂਦੇ ਆ ਸਤਿਗੁਰੂ ਜੀ। ਉਸ ਗਰਮੀ ਵਿੱਚੋਂ, ਦੁੱਖਾਂ ਦੀ ਬਲਦੀ ਅੱਗ ਵਿੱਚੋਂ ਆਪਣੇ ਸੇਵਕਾਂ ਨੂੰ ਬਾਹਰ ਕੱਢ ਲੈਂਦੇ ਹਨ। ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ, 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 ਆਪਣੀ ਕਿਰਪਾ ਧਾਰ। ਅੱਗ ਦੇ ਸਾਗਰ ਚੋਂ ਵਾਹਿਗੁਰੂ ਜੀ ਬਾਂਹ ਫੜ ਕੇ ਆਪਣਿਆਂ ਸੇਵਕਾਂ ਨੂੰ ਕੱਢ ਲੈਂਦੇ ਹਨ। ਕੀਰੀ ਤੇ ਹਸਤੀ ਕਰੈ, ਵਾਹਿਗੁਰੂ ਟੂਟਾ ਲੈ ਗਾਢੈ। ਆਖੋ ਸਤਨਾਮ ਸ੍ਰੀ। ਮੇਰਾ ਰੱਬ ਕਿਹੋ ਜਿਹਾ, ਉਹ ਕੀੜੀਆਂ ਨੂੰ ਹਾਥੀ ਬਣਾਉਣ ਦੀ ਸਮਰੱਥਾ ਰੱਖਦਾ। ਵਾਹਿਗੁਰੂ। ਜਿਨ੍ਹਾਂ ਨੂੰ ਲੋਕ ਕਹਿੰਦੇ ਆ ਇਹ ਤੇ ਕੀੜੇ ਨੇ,
ਉਹ ਦਇਆ ਦ੍ਰਿਸ਼ਟੀ ਕਰ ਦੇਵੇ ਤੇ ਉਹ ਹਾਥੀ ਹੋ ਜਾਂਦੇ ਹੈ। ਯਾਨੀ ਕਿ ਛੋਟਿਆਂ ਨੂੰ ਵੱਡਿਆਂ ਕਰਨ ਦੀ ਸਮਰੱਥਾ ਹੈ ਉਹਦੇ ਕੋਲ। ਵਾਹਿਗੁਰੂ। ਨੀਚਾਂ ਨੂੰ ਉੱਚ ਕਰਨ ਦੀ ਸਮਰੱਥਾ ਹੈ ਉਸ ਪਾਸ। ਵਾਹਿਗੁਰੂ। ਕਲਗੀਧਰ ਸਵਾਮੀ ਦੇ ਬਚਨ ਨੇ, ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੋ ਸੋ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੋ ਸੋ। ਘਾਹ ਦਾ ਇੱਕ ਕਿਣਕਾ, ਹਵਾ ਦਾ ਮਾੜਾ ਜਿਹਾ ਝੋਕਾ ਆਵੇ ਸੱਜਿਓਂ ਖੱਬੇ, ਖੱਬਿਓਂ ਸੱਜੇ, ਉੱਡ ਉੱਡ ਕੇ ਕਦੇ ਕਿੱਧਰ ਭਟਕਦਾ ਫਿਰਦਾ, ਕਦੇ ਕਿੱਧਰ ਭਟਕਦਾ ਫਿਰਦਾ। ਹੇ ਮੇਰੇ ਰੱਬ ਜੀ, ਤੁਸੀਂ ਤਰਸ ਕਰਦੇ ਹੋ ਉਸ ਘਾਹ ਦੇ ਕਿਣਕੇ ਤੇ ਉਹਨੂੰ ਸੁਮੇਰ ਪਰਬਤ ਵਰਗਾ ਵੱਡਾ ਬਣਾ ਦਿੰਦੇ ਹੋ, ਜਿਹੜਾ ਆਪਣੀ ਜਗ੍ਹਾ ਤੋਂ ਫਿਰ ਟਸ ਤੋਂ ਮਸ ਨਹੀਂ ਹੁੰਦਾ। ਕਿਉਂਕਿ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਤੁਹਾਡੇ ਵਰਗਾ ਕੋਈ ਗਰੀਬ ਨਿਵਾਜ ਨਹੀਂ ਹੈ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੁਸ। ਕਲਗੀਧਰ ਦੇ ਚਰਨਾਂ ਵਿੱਚ ਇੱਕ ਪੰਡਤ ਜੀ ਸਨ ਆਏ ਤੇ ਉਹਨਾਂ ਦਾ ਨਾਂ ਸੀ ਕੇਸ਼ੋ ਦਾਸ। ਆ ਕੇ ਪੰਥਵਾਲੀ ਦੇ ਦਰਸ਼ਨ ਕੀਤੇ। ਕੀ ਵੇਖਿਆ? ਸਤਿਗੁਰੂ ਸਿੰਘਾਂ ਨੂੰ ਭੋਜਨ ਛਕਾ ਰਹੇ, ਬੜੇ ਬੜੇ ਪਕਵਾਨ ਛਕਾ ਰਹੇ, ਉਹਨਾਂ ਨੂੰ ਦਾਨ ਕਰ ਰਹੇ, ਸਿੰਘਾਂ ਦੇ ਗਾਤਰੇ 'ਚ ਸ਼੍ਰੀ ਸਾਹਿਬਾਂ ਸਜਾ ਰਹੇ। ਪੰਡਤ ਆ ਕੇ ਰੁੱਸ ਕੇ ਕਹਿੰਦਾ, ਜੀ ਅਸੀਂ ਬ੍ਰਾਹਮਣ ਹੁੰਨੇ ਆ, ਤੁਸੀਂ ਛਤਰੀ ਹੋ, ਤੁਸੀਂ ਸਾਡੇ ਜਜਮਾਨ ਹੋ, ਤੁਹਾਨੂੰ ਚਾਹੀਦਾ ਸੀ ਪਹਿਲਾਂ ਸਾਡੇ ਵਰਗੇ ਬ੍ਰਾਹਮਣਾਂ ਨੂੰ ਸੱਦ ਕੇ ਸਾਨੂੰ ਵੱਖਰੀ ਪੰਗਤ ਬਿਠਾ ਕੇ ਭੋਜਨ ਛਕਾਉਂਦੇ। ਤੁਸੀਂ ਆਪਣੇ ਨਾਲ ਗਰੀਬੜੇ ਜੇ ਕਈ ਜਾਤੀਆਂ ਬਰਾਦਰੀਆਂ ਦੇ ਸਿੱਖਾਂ ਨੂੰ ਬਿਠਾ ਕੇ ਭੋਜਨ ਛਕਾ ਰਹੇ ਹੋ, ਸਾਡੇ ਨਾਲ ਦਵੰਜ। ਤੇ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਪੰਡਤ ਜੀ, ਜਿਨ੍ਹਾਂ ਨੂੰ ਤੁਸੀਂ ਗਰੀਬੜੇ ਕਹਿ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਕਈ ਬਰਾਦਰੀਆਂ ਕਈ ਜਾਤੀਆਂ ਦੇ ਇਕੱਠੇ ਕੀਤੇ ਹੋਏ ਲੋਕ ਨੇ, ਜਿਨ੍ਹਾਂ ਨੂੰ ਤੁਸੀਂ ਲਤਾੜੇ ਤੇ ਨਿਮਾਣੇ ਜੇ ਕਹਿੰਦੇ ਹੋ, ਅਸਲੀਅਤ ਇਹ ਹੈ ਮੈਂ ਇਹਨਾਂ ਦੀ ਕਿਰਪਾ ਨਾਲ ਸਜਿਆ ਹੋਇਆ। ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ। ਇਹ ਨਹੀਂ ਕਿ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ। ਜੋ ਕਿਛ ਲੇਖ ਲਿਖਿਓ ਬੇਧਨਾ, सोई पायत मिश्र जो शोक निवारो। हमारो किछु अपराध नहीं, गयो याद ते भूल न कोप चेतारो। पंडित जी तुसी चेते ही नहीं आए सानू, क्योंकि विधाते ने जिहड़ा लेख लिखिया हुंदा मिलदा वो है। गुस्सा ना कर पंडित जी, ये खालसा है, मेरे कोल जो कुछ है सब कुछ इन्हां दा। मेरे घर विच मन तन धन जो कुछ भी है वो सब इन्हां दा। इन्हां दी किरपा नाल मैं दुश्मनां नूं मारिया, इन्हां दी किरपा नाल मैं विद्या पढ़ी है, इन्हां दी किरपा नाल मेरे घर विच सब कुछ भरिया पिया ते जो है मेरे पास इन्हां दा। कलगीधर स्वामी सच्चे पातशाह दे उत्ते पावन पंक्ति गुरु अर्जन देव साहब पंजवें पातशाह दी पंक्ति संपूर्ण रूप विच करोड़ां सूरजां दे समान प्रकाश रही है। महाराज तुसीं कीड़ियां नूं हाथी कर देण वाले हो, निमाणियां नूं मान देण वाले हो, नीचां नूं ऊच कर देण वाले हो।
ਤੁਹਾਡੇ ਜੈਸਾ ਦਿਆਲੂ, ਤੁਹਾਡੇ ਜੈਸਾ ਕਰਨਾਲੂ ਕੋਈ ਨਹੀਂ। ਜਦੋਂ ਕਿਹਾ ਰਾਜਿਆਂ ਨੇ, ਗਰੀਬੜੇ ਨੇ, ਮਹਾਰਾਜ ਜੀ ਕਹਿੰਦੇ ਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। जिनकी जात कुल के माही, सरदारी पे नहीं कदाही, इन्हीं को सरदार बनाऊं, तबै गोबिंद सिंह नाम कहाऊं। महाराज जी कीड़ियां नू हाथी कर देण वाले ने। टूटा ले गढ़ है, जिहड़ा टुट गया है, टुटे होए नू गंढण दी समर्था भी मेरे साहब दे पास है। टुटिया होया नू जोड़ना ये मेरे सतगुरां दी समर्थ है। नीचा नू ऊंच करन दी समर्थ है सतगुरां दे पास। टुटिया होया नू भी गंढ लैंदे अपने नाल। जिवें मुक्तसर साहब दे जंग तो बाद गंढी सी ना मेरे कलगीधर स्वामी जी ने, टुट्टी गंढ लई सी। तो सतगुरु जी तुसी जेड़े टुटे होए ने उन्हां दी प्रीत अपने चरनां नाल गंढण वाले हो। अंडज जेरज सेतज उत्पुजा, ये चार खाणियां ने। अंडज आंडियां तो पैदा होने वालियां जूनियां, पंछी आदक आंडियां तो पैदा हुंदे अंडज। जेरज जेर तो पैदा होने वाले चार लत्तां वाले जीव मनुख, ये जेरज ने। सेतज सेत नाम पसीने दा, पसीने तो पैदा होने वालियां चीज़ां। जूआं शरीर ते पैदा होने वाले निके निके जीव किरम जो पसीने तो उत्पन्न हुंदे, बैक्टीरिया वगैरह, वो सेतज जूनियां ने। उत्भुज जो धरती तो पैदा होन, जमीन चों पैदा होन, आ कितने दरख्त वगैरह ने सब धरती तो पैदा हुंदे है। उत्भुज जूनियां, उन्हां उत्भुज जूनियां विचों बहुत कुछ ऐसे जीव भी ने जिहड़े मिट्टी तो ही पैदा हुंदे है, मिट्टी तो बनदे है। आ गंडोए वगैरह जिहड़े पैदा हुंदे है जमींदारां दे खेतां दे विच, इन्हां दा बड़ा वड्डा योगदान हुंदा है। ये मिट्टी चों पैदा हुंदे आ थल्लियों। जो मिट्टी चों पैदा होवे उहनूं उत्पुज जूनी कहिंदे आ। हे वाहिगुरू, ये जिहड़ियां चार जूनियां, ये चार खाणियां हन, प्रभ की एह किरत, ये मेरे प्रभु दी किरत है। ओदियां बनाईयां होईयां ने चारे खाणियां, ओने कीतियां ने। अंडज जेरग सेतज उत्भुज, चारे खाणियां उस वाहिगुरू परमेश्वर दियां कीतियां होईयां। हाँ जी। किरत कमावन सर्व फल, रविय हर निरत। निरत इदा पाठ निछेद करांगे ना, जो निरत संधि छेद करके अर्थ करांगे तो इसका मतलब है निर्मोह। रति नाम मोह दा है, ने नाम रहत दा है। मोह तो रहत हो के हर रविय, हरि नू रवो, हरि दा भजन करो। जदों तुसी हरि दा भजन करन रूपी ये किरत कमाओगे, यानी कि आ काम करोगे भजन करन दा, परमेश्वर दा नाम जपण दा, तां इस काम नूं कीतियां तुहाडे सारे काम सफल हो जाणगे। आ काम कीतियां सारे काम सफल हो जाणगे जे तुसी हरि अकाल पुरख परमेश्वर दा भजन करो, निरंकार दा सिमरन करो। हम ते कसू न होवना, शरण प्रभ साध। हे प्रभु जी, साडे तो नहीं कुछ होना। हम ते कछु न होवना, महाराज साडे तो कुछ हुंदा ही नहीं, ना असीं करन दे समर्थ हां। शरण प्रभ साध, शरण प्रभ साध।
ਮਹਾਰਾਜ ਜਿਹੜੇ ਤੁਹਾਡੇ ਸਾਧੂ ਨੇ ਨਾ, ਬੰਦਗੀ ਕਰਨ ਵਾਲੇ, ਸਾਧਨਾ ਕਰਨ ਵਾਲੇ, ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ। ਮੇਰੇ ਤੋਂ ਨਹੀਂ ਕੁਝ ਹੁੰਦਾ, ਨਾ ਮੈਂ ਕਰ ਸਕਦਾ, ਨਾ ਮੇਰੇ ਵਿੱਚ ਕਰਨ ਦੀ ਕੋਈ ਸਮਰੱਥ ਹੈ। ਮੈਂ ਤਾਂ ਤੇਰੇ ਜਿਹੜੇ ਸਾਧੂ ਨੇ, ਸਾਧਨਾ ਕਰਨ ਵਾਲੇ ਨੇ ਮਹਾਰਾਜ, ਮੈਂ ਤਿਨਾਂ ਦੀ ਸ਼ਰਨ ਵਿੱਚ, ਤਿਨਾਂ ਦੀ ਪਨਾਹ ਵਿੱਚ ਹਾਂ। ਸ਼ਰਨ ਪ੍ਰਭ ਸਾਧ, ਸਾਧੂਆਂ ਦੀ ਸ਼ਰਨ ਵਿੱਚ ਹਾਂ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ शरण तुम्हारी आशा, तुम्हारी शरण तुम्हारी आशा, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। शरण तुम्हारी आशा, तुम्हारी शरण तुम्हारी आशा, तुम ही सजन सोहेले, तुम ही सजन सोहेले, तुम ही सजन सुहेले, तुम ही सजन सुहेले, तुमरी शरण तुम्हारी आशा, तुमरी शरण तुम्हारी आशा, तुमरी शरण तुम्हारी आशा, तुम्हारी शरण तुम्हारी आशा। ਮਹਾਰਾਜ ਜੀ ਤੁਹਾਡੀ ਸ਼ਰਨ ਵਿੱਚ ਹਾਂ, ਸਾਨੂੰ ਤੁਹਾਡੀ ਆਸ ਹੈ, ਤੁਹਾਡਾ ਭਰੋਸਾ ਹੈ। ਤੁਸੀਂ ਸਾਡੇ ਸੱਜਣ ਹੋ ਮਹਾਰਾਜ, ਸੁਆਮੀ। ਮੈਨੂੰ ਨਹੀਂ ਕੁਝ ਹੋਰ ਆਉਂਦਾ, ਨਾ ਮੇਰੇ ਤੋਂ ਕੁਝ ਹੋਰ ਹੁੰਦਾ ਹੈ। ਇਹ ਸਾਧੂ ਸਰੂਪ ਮੇਰੇ ਸਾਹਿਬ ਜੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। मोह मगन कूप अंध ते, नानक गुर काड। ਇਹ ਵਾਹਿਗੁਰੂ, ਜਿਹੜੇ ਮੋਹ ਵਿੱਚ ਅਸੀਂ ਮਗਨ ਹੋ ਰਹੇ ਹਾਂ ਨਾ, ਇਹ ਬੜਾ ਅੰਨਾ ਖੂਹ ਹੈ। ਮੋਹ ਵਿੱਚ ਮਗਨ ਹੋਣਾ, ਅੰਨੇ ਖੂਹ ਵਿੱਚ ਡਿੱਗਣਾ। ਵੀ ਜਿਹੜੇ ਖੂਹ ਵਿੱਚ ਡਿੱਗੇ ਹੋਏ ਬੰਦੇ ਨੂੰ ਹੋਰ ਕੋਈ ਦਿਸਦਾ ਹੀ ਨਹੀਂ ਸਿਵਾਏ ਉਹਦੇ ਜਿਹਦੇ ਨਾਲ ਉਹਦਾ ਮੋਹ ਹੈ। ਉਹਨੂੰ ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਉਹ ਮੋਹ ਦੇ ਅੰਨੇ ਖੂਹ ਵਿੱਚ ਡਿੱਗੇ ਹੋਏ ਮਨੁੱਖ ਨੂੰ ਕੇਵਲ ਉਹੀ ਦਿਸਦਾ ਹੈ ਜਿਸ ਨਾਲ ਉਹਦੀ ਮਮਤਾ ਹੈ, ਜਿਸ ਨਾਲ ਉਹਦਾ ਮੋਹ ਹੈ। ਵੱਡੇ ਵੱਡੇ ਰਾਜੇ, ਬਾਦਸ਼ਾਹ ਤਖਤਾਂ ਤੇ ਬੈਠੇ, ਉਹਨਾਂ ਨੂੰ ਕੇਵਲ ਆਪਣੇ ਪੁੱਤਰ ਨਜ਼ਰ ਆਉਂਦੇ। ਇਹ ਰਾਜਗੱਦੀ ਤੇ ਬਹੇਗਾ। ਵੱਡੇ ਵੱਡੇ ਸੈਨਾਪਤੀ, ਤੁਰੰਤਰ ਜੰਗ ਦੇ ਮੈਦਾਨ ਵਿੱਚ ਸੂਰਬੀਰਤਾ ਨਾਲ ਲੜਨ ਵਾਲੇ, ਜਿਨ੍ਹਾਂ ਦੇ ਸਿਰ ਤੇ ਤਿਨਾਂ ਦਾ ਰਾਜ ਚੱਲਦਾ ਸੀ, ਉਹਨਾਂ ਨੂੰ ਉਹ ਨਜ਼ਰ ਨਹੀਂ ਆਉਂਦੇ, ਕਿਉਂਕਿ ਮੋਹ ਵਿੱਚ ਇੰਨੇ ਮਗਨ ਹੋ ਗਏ ਕਿ ਉਹ ਦੂਜਾ ਨਜ਼ਰ ਨਹੀਂ ਆਉਂਦਾ। ਉਰੇ ਵਰਤਾਰਾ ਚੱਲਦਾ ਰਹਿੰਦਾ ਹੈ, ਇਸੇ ਤਰ੍ਹਾਂ ਚੱਲਦਾ ਰਿਹਾ। ਮੋਹ ਦੇ ਖੂਹ ਵਿੱਚ ਡਿੱਗਿਆ ਹੋਇਆਂ ਨੂੰ, ਹੇ ਪ੍ਰਭੂ, ਤੁਸੀਂ ਕਿਰਪਾ ਕਰਕੇ ਹੱਥ ਫੜ ਕੇ ਕੱਢ ਲਓ ਤਾਂ ਕੱਢ ਲਓ, ਨਹੀਂ ਤਾਂ ਆਪਣੇ ਆਪ ਇਹਦੇ ਚੋਂ ਨਿਕਲਣਾ ਔਖਾ, ਮੁਸ਼ਕਲ ਹੈ। ਮਹਾਰਾਜ ਕਿਰਪਾ ਕਰੋ, ਅਸੀਂ ਵੀ ਇਹੋ ਜਿਹੇ ਮੋਹ ਦੇ ਖੂਹ ਵਿੱਚ ਮਗਨ ਹੋਏ ਡਿੱਗੇ ਹੋਏ ਹਾਂ। ਤੁਸੀਂ ਆਪ ਕਿਰਪਾ ਕਰਕੇ ਸਾਨੂੰ ਬਾਂਹ ਫੜ ਕੇ ਬਾਹਰ ਕੱਢੋ। ਹੇ ਪੰਜਵੇਂ ਪਾਤਸ਼ਾਹ, ਜਿਵੇਂ ਭਾਈ ਮੰਝ ਨੂੰ ਕੱਢਿਆ ਸੀ, ਸਾਨੂੰ ਵੀ ਕੱਢ ਲਓ। ਗਰੀਬ ਨਵਾਜ ਸਾਹਿਬ ਤਰਸ ਕਰਨ, ਗੁਰਬਾਣੀ ਦੀ ਇਹ ਪਾਵਨ ਪਵਿੱਤਰ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਗਾਵਿਆ ਸੁਣਿਆ ਸਾਹਿਬ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।